ਅਸੀਂ ਬਾਈਬਲ ਦੀਆਂ 3 ਕਿਤਾਬਾਂ ਦੀ ਪੜਚੋਲ ਕਰ ਰਹੇ ਹਾਂ ਜਿਨ੍ਹਾਂ ਨੂੰ ਬੁੱਧੀ ਸਾਹਿਤ ਕਿਹਾ ਜਾਂਦਾ ਹੈ। ਕਹਾਵਤਾਂ, ਉਪਦੇਸ਼ਕ ਅਤੇ ਅਯੂਬ ਇਹ ਸਭ ਇੱਕ ਸਵਾਲ ਪੁੱਛਦੇ ਹਨ ਕਿ ਸੰਸਾਰ ਵਿੱਚ ਚੰਗੀ ਤਰ੍ਹਾਂ ਜਿਉਣ ਤੋਂ ਕੀ ਭਾਵ ਹੈ। ਇਸ ਲਈ ਅਸੀਂ ਕਹਾਵਤਾਂ ਨੂੰ ਵੇਖਿਆ ਹੈ ਜਿਸ ਨੂੰ ਤੁਸੀਂ ਇੱਕ ਬੁੱਧੀਮਾਨ ਨੌਜਵਾਨ ਅਧਿਆਪਕ ਵਜੋਂ ਸੋਚ ਸਕਦੇ ਹੋ। ਉਹ ਬੁੱਧੀ ਨੂੰ ਖੋਜਣ ਦੀ ਗੱਲ ਕਰਦੀ ਹੈ। ਬੁੱਧੀ ਪਰਮੇਸ਼ਰ ਦਾ ਅਜਿਹਾ ਗੁਣ ਹੈ ਜੋ ਜੀਵਨ ਦੀ ਹਕੀਕਤ ਵਿੱਚ ਬੁਣਿਆ ਗਿਆ ਹੈ। ਉਹ ਆਸ ਰੱਖਦੀ ਹੈ ਕਿ ਜੇਕਰ ਤੁਸੀਂ ਬੁੱਧੀ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇੱਕ ਸਫਲ ਜੀਵਨ ਉਸਾਰ ਸਕਦੇ ਹੋ। ਪਰ ਫਿਰ ਅਸੀਂ ਉਪਦੇਸ਼ਕ ਦੀ ਪੋਥੀ ਵਿੱਚ ਆਉਂਦੇ ਹਾਂ ਜੋ ਕਿ ਇੱਕ ਤਿੱਖੇ ਸ਼ਬਦਾਂ ਵਾਲੇ ਅਧੇੜ ਉਮਰ ਦੇ ਆਲੋਚਕ ਵਰਗਾ ਹੈ ਅਤੇ ਉਹ ਕਹਿੰਦਾ ਹੈ, ਤੁਸੀਂ ਸੋਚਦੇ ਹੋ ਕਿ ਬੁੱਧੀ ਨਾਲ ਤੁਹਾਨੂੰ ਸਫਲਤਾ ਮਿਲੇਗੀ ਤਾਂ ਚੰਗਾ ਹੋਵੇਗਾ। ਤੁਸੀਂ ਫਿਰ ਤੋਂ ਸੋਚੋ ਕਿਉਂਕਿ ਇੱਥੇ ਸੂਰਜ ਦੇ ਹੇਠਾਂ ਜੀਵਨ ਵਿਅਰਥ ਹੈ। ਅਤੇ ਇਸ ਕਿਤਾਬ ਵਿੱਚ ਉਸਨੇ ਇਸ ਸ਼ਬਦ ਦੀ ਬਹੁਤ ਵਰਤੋਂ ਕੀਤੀ ਹੈ। ਪਰ ਇਸ ਕਿਤਾਬ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਦੋ ਆਵਾਜ਼ਾਂ ਨੂੰ ਸੁਣ ਰਹੇ ਹਾਂ। ਤਾਂ ਪਹਿਲਾ ਅਧਿਆਪਕ ਹੈ ਜਿਸ ਨੂੰ ਅਸੀਂ ਆਲੋਚਕ ਕਹਿੰਦੇ ਆਏ ਹਾਂ। ਉਹ ਇਸ ਕਿਤਾਬ ਦੇ ਵਿੱਚ ਮੁੱਖ ਆਵਾਜ਼ ਹੈ। ਪਰ ਇਸ ਨਾਲ ਸਾਡੀ ਜਾਣ ਪਛਾਣ ਇੱਕ ਹੋਰ ਵਿਅਕਤੀ ਅਰਥਾਤ ਲੇਖਕ ਦੁਆਰਾ ਕਰਾਈ ਜਾਂਦੀ ਹੈ। ਇਹ ਉਹ ਹੈ ਜਿਸ ਨੇ ਆਲੋਚਕ ਦੇ ਸ਼ਬਦਾਂ ਨੂੰ ਇਕੱਠਾ ਕੀਤਾ ਹੈ ਅਤੇ ਫਿਰ ਕਿਤਾਬ ਦੇ ਅੰਤ ਵਿੱਚ ਸਭਨਾਂ ਗੱਲਾਂ ਦਾ ਸਾਰ ਕੱਢ ਕੇ ਅੰਤਿਮ ਸਿੱਟੇ ਤੇ ਪਹੁੰਚਦਾ ਹੈ। ਲੇਖਕ ਕਿਉਂ ਚਾਹੁੰਦਾ ਹੈ ਕਿ ਅਸੀਂ ਆਲੋਚਕ ਦੀ ਸੁਣੀਏ? ਖੈਰ, ਉਹ ਸੰਸਾਰ ਪ੍ਰਤੀ ਤੁਹਾਡੀ ਸੋਚ ਨੂੰ ਪਲਟ ਦੇਣਾ ਚਾਹੁੰਦਾ ਹੈ ਅਤੇ ਉਹ ਆਲੋਚਕ ਨੂੰ ਇਸ ਜਗਤ ਨਾਲ ਸੰਬੰਧਿਤ 3 ਸੱਚਮੁੱਚ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਦੀ ਪੜਚੋਲ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਅਤੇ ਤੁਹਾਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਬਹੁਤ ਗੰਭੀਰ ਮੁੱਦੇ ਹਨ। ਹਾਂ, ਇਸ ਲਈ ਸਭ ਤੋਂ ਪਹਿਲਾਂ ਹੈ ਸਮੇਂ ਦੀ ਚਾਲ, ਜਾਂ ਜਿਵੇਂ ਕਿ ਆਲੋਚਕ ਕਹਿੰਦਾ ਹੈ, ਇੱਕ ਪੀੜ੍ਹੀ ਚਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਾਡੇ ਤੋਂ ਪਹਿਲਾਂ ਸੀ ਅਤੇ ਬਾਅਦ ਵੀ ਰਹੇਗੀ। ਕੋਈ ਵੀ ਬਹੁਤ ਪੁਰਾਣੇ ਲੋਕਾਂ ਨੂੰ ਯਾਦ ਨਹੀਂ ਕਰਦਾ ਅਤੇ ਆਉਣ ਵਾਲੇ ਸਾਰੇ ਲੋਕ ਵੀ ਉਹਨਾਂ ਦੇ ਬਾਅਦ ਆਉਣ ਵਾਲੇ ਲੋਕਾਂ ਦੁਆਰਾ ਭੁਲਾ ਦਿੱਤੇ ਜਾਣਗੇ। ਅਤੇ ਬ੍ਰਹਿਮੰਡ ਦੇ ਪੈਮਾਨੇ ਉੱਤੇ ਮੈਂ ਤੇ ਤੁਸੀਂ ਇੱਕ ਛੋਟੇ ਜਿਹੇ ਕਣ ਵਰਗੇ ਹਾਂ। ਤਾਰੇ ਪੈਦਾ ਹੁੰਦੇ ਹਨ ਅਤੇ ਫਿਰ ਮਰ ਜਾਂਦੇ ਹਨ ਅਤੇ ਗ੍ਰਹਿ ਨਵੇਂ ਤਾਰਿਆਂ ਦੇ ਚੱਕਰ ਲਗਾਉਂਦੇ ਹਨ ਅਤੇ ਫਿਰ ਗ੍ਰਹਿ ਵੀ ਸਮੇਂ ਦੇ ਨਾਲ-ਨਾਲ ਬਦਲਦੇ ਹਨ ਅਤੇ ਆਖਿਰ ਵਿੱਚ ਭਸਮ ਹੋ ਜਾਂਦੇ ਹਨ। ਇਸ ਵਿਸ਼ਾਲ ਬ੍ਰਹਿਮੰਡ ਦੇ ਪਿਛੋਕੜ ਵਿੱਚ ਮੇਰੀ ਪੂਰੀ ਹੋਂਦ ਇਸ ਸਮੇਂ ਕਾਲ ਵਿੱਚ ਇੱਕ ਪਲਕ ਝਪਕਣ ਦੇ ਬਰਾਬਰ ਹੈ। ਇਹ ਸਾਨੂੰ ਆਲੋਚਕ ਦੇ ਦੂਸਰੇ ਪਰੇਸ਼ਾਨ ਕਰ ਦੇਣ ਵਾਲੇ ਵਿਚਾਰ ਤੱਕ ਲੈ ਜਾਂਦਾ ਹੈ, ਇਹ ਕਿ ਅਸੀਂ ਸਭ ਮਰਨ ਵਾਲੇ ਹਾਂ। ਮਨੁੱਖਾਂ ਅਤੇ ਜਾਨਵਰਾਂ ਦਾ ਅੰਤ ਇੱਕ ਸਮਾਨ ਹੈ, ਭਾਵ ਮੌਤ। ਸਭ ਮਨੁੱਖ ਧਰਮੀ ਅਤੇ ਦੁਸ਼ਟ, ਭਲੇ ਅਤੇ ਬੁਰੇ, ਜੋ ਪਰਮੇਸ਼ਵਰ ਨੂੰ ਬਲੀਦਾਨ ਚੜਾਉਂਦੇ ਹਨ ਜਾਂ ਜੋ ਨਹੀਂ ਚੜਾਉਂਦੇ, ਉਹਨਾਂ ਸਭਨਾਂ ਦੀ ਇੱਕ ਹੀ ਮੰਜ਼ਿਲ ਹੁੰਦੀ ਹੈ, ਇੰਨੀ ਮਿਹਨਤ ਅਤੇ ਇੰਨਾ ਪਾਗਲਪਨ, ਅਤੇ ਫਿਰ ਅਸੀਂ ਮਰਿਆ ਹੋਇਆਂ ਵਿੱਚ ਜਾ ਮਿਲਦੇ ਹਾਂ। ਇਹ ਕਿਤਾਬ ਤਾਂ ਨਿਰਾਸ਼ਾਜਨਕ ਹੈ। ਅਤੇ ਅਜਿਹੀ ਹੀ ਆਖਰੀ ਗੱਲ ਹੈ ਜੋ ਆਲੋਚਕ ਨੂੰ ਪਰੇਸ਼ਾਨ ਕਰਦੀ ਹੈ ਅਤੇ ਉਹ ਹੈ ਜੀਵਨ ਦਾ ਬੇਤਰਤੀਬਾ ਸੁਭਾਅ। ਇਸ ਲਈ ਕਹਾਵਤਾਂ ਵਿੱਚ ਜੀਵਨ ਬੇਤਰਤੀਬਾ ਨਹੀਂ ਹੈ। ਸਹੀ ਕੰਮ ਕਰਨ ਅਤੇ ਉਸ ਦਾ ਫਲ ਪਾਉਣ ਵਿੱਚ ਸਪਸ਼ਟ ਤੌਰ ਤੇ ਕਾਰਨ ਅਤੇ ਇਸ ਦੇ ਪ੍ਰਭਾਵ ਦੇ ਸੰਬੰਧ ਨੂੰ ਵੇਖਿਆ ਜਾ ਸਕਦਾ ਹੈ। ਪਰ ਸੱਚ ਤਾਂ ਇਹ ਹੈ ਕਿ ਜੀਵਨ ਵਿੱਚ ਹਮੇਸ਼ਾ ਅਜਿਹਾ ਨਹੀਂ ਹੁੰਦਾ ਹੈ। ਆਲੋਚਕ ਨੂੰ ਵਿਵਸਥਾ ਪ੍ਰਣਾਲੀ ਵਿੱਚ ਇੱਕ ਕਮੀ ਵਿਖਾਈ ਦਿੰਦੀ ਹੈ। ਉਹ ਇਸ ਨੂੰ ਮੌਕਾ ਕਹਿੰਦਾ ਹੈ ਅਤੇ ਉਸ ਦੇ ਸ਼ਬਦਾਂ ਵਿੱਚ, ਭਾਈ ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਜਾਂ ਨਾ ਹੀ ਮੱਤ ਵਾਲਿਆਂ ਨੂੰ ਧਨ, ਜਾਂ ਨਾ ਹੀ ਚਤਰਿਆਂ ਨੂੰ ਕਿਰਪਾ, ਪਰ ਇਹਨਾਂ ਸਭਨਾਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ। ਉਸ ਦਾ ਕਹਿਣਾ ਹੈ, ਤੁਸੀਂ ਜੀਵਨ ਵਿੱਚ ਕਿਸੇ ਵੀ ਚੀਜ਼ ਨੂੰ ਵਸ ਵਿੱਚ ਨਹੀਂ ਕਰ ਸਕਦੇ। ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਕਠਿਨ ਹੈ। ਇਸ ਲਈ ਜੇਕਰ ਮੈਂ ਜੀਵਨ ਉੱਤੇ ਕਾਬੂ ਰੱਖਣਾ ਚਾਹੁੰਦੀ ਹਾਂ ਤਾਂ ਤੁਸੀਂ ਆਪਣੇ ਆਪ ਨੂੰ ਡੇਗਣ ਦੇ ਲਈ ਤਿਆਰ ਕਰ ਰਹੇ ਹੋ। ਹੁਣ ਪੂਰੀ ਕਿਤਾਬ ਵਿੱਚ ਇਹਨਾਂ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਨੂੰ ਗੰਢਣ ਦੇ ਲਈ ਆਲੋਚਕ ਇੱਕ ਰੂਪਕ ਦੀ ਵਰਤੋਂ ਕਰਦਾ ਹੈ। ਲਗਭਗ 40 ਵਾਰ ਉਹ ਕਹਿੰਦਾ ਹੈ ਕਿ ਜੀਵਨ ਵਿੱਚ ਸਭ ਕੁਝ ਹੇਵਲ ਹੈ। ਇਹ ਇੱਕ ਇਬਰਾਨੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਧੂਆਂ ਜਾਂ ਭਾਫ ਹੈ। ਧੂਏ ਦੇ ਵਾਂਗ ਜੀਵਨ ਸੁੰਦਰ ਅਤੇ ਭੇਦ ਭਰਿਆ ਹੈ। ਇਹ ਇੱਕ ਆਕਾਰ ਲੈਂਦਾ ਹੈ ਅਤੇ ਜਦੋਂ ਤੱਕ ਤੁਸੀਂ ਕੁਝ ਸਮਝ ਸਕੋ ਇਹ ਇੱਕ ਨਵਾਂ ਆਕਾਰ ਲੈ ਲੈਂਦਾ ਹੈ। ਅਤੇ ਧੂਆਂ ਠੋਸ ਵਿਖਾਈ ਤਾਂ ਦਿੰਦਾ ਹੈ, ਪਰ ਜਦੋਂ ਹੀ ਤੁਸੀਂ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਤੁਹਾਡੀਆਂ ਉਂਗਲਾਂ ਵਿੱਚੋਂ ਨਿਕਲ ਜਾਂਦਾ ਹੈ। ਅਤੇ ਜਦੋਂ ਤੁਸੀਂ ਸੰਘਣੀ ਧੁੰਦ ਦੀ ਤਰ੍ਹਾਂ ਇਸ ਵਿੱਚ ਫਸ ਜਾਂਦੇ ਹੋ ਤਾਂ ਇਸ ਵਿੱਚ ਕੁਝ ਵੀ ਸਾਫ਼-ਸਾਫ਼ ਵੇਖ ਪਾਉਣਾ ਅਸੰਭਵ ਹੈ। ਹੁਣ ਸਾਡੇ ਆਧੁਨਿਕ ਅਨੁਵਾਦਾਂ ਨੇ ਇਸ ਰੂਪਕ ਨੂੰ ਗੁਆ ਲਿਆ ਹੈ ਅਤੇ ਉਹ ਹੇਵਲ ਸ਼ਬਦ ਦਾ ਅਨੁਵਾਦ ਅਕਸਰ ਵਿਅਰਥ ਦੇ ਰੂਪ ਵਿੱਚ ਕਰਦੇ ਹਨ। ਪਰ ਜੇਕਰ ਤੁਸੀਂ ਧਿਆਨ ਨਾਲ ਪੜੋ ਤਾਂ ਆਲੋਚਕ ਇਹ ਨਹੀਂ ਕਹਿ ਰਿਹਾ ਕਿ ਜੀਵਨ ਵਿਅਰਥ ਹੈ, ਸਗੋਂ ਇਹ ਕਿ ਜੀਵਨ ਦਾ ਅਰਥ ਕਦੇ ਵੀ ਸਪਸ਼ਟ ਨਹੀਂ ਹੁੰਦਾ। ਧੂਏ ਦੇ ਵਾਂਗ ਜੀਵਨ ਦੁਵਿਧਾ ਭਰਿਆ, ਗੁੰਮਰਾਹ ਕਰਨ ਵਾਲਾ ਅਤੇ ਬੇਕਾਬੂ ਹੈ। ਤਾਂ ਅਸੀਂ ਇਹਨਾਂ ਗੱਲਾਂ ਦਾ ਕੀ ਕਰੀਏ? ਖੈਰ, ਹੈਰਾਨੀ ਦੀ ਗੱਲ ਇਹ ਹੈ ਕਿ ਆਲੋਚਕ ਪਹਿਲਾਂ ਕਹਾਵਤਾਂ ਦੇ ਦਿੱਤੇ ਪੱਖ ਨੂੰ ਸਵੀਕਾਰ ਕਰਦਾ ਹੈ। ਉਹ ਕਹਿੰਦਾ ਹੈ ਕਿ ਬੁੱਧੀ ਦੀਆਂ ਗੱਲਾਂ ਪ੍ਰਾਪਤ ਕਰਨਾ ਅਤੇ ਪਰਮੇਸ਼ਵਰ ਦੇ ਡਰ ਵਿੱਚ ਜਿਉਣਾ ਬਹੁਤ ਹੀ ਭਲੀ ਗੱਲ ਹੈ। ਸੱਚਮੁੱਚ? ਮੇਰਾ ਮਤਲਬ ਉਸਨੇ ਹੁਣੇ-ਹੁਣੇ ਕਿਹਾ ਸੀ ਕਿ ਇਹ ਸਫਲਤਾ ਦੀ ਗਰੰਟੀ ਨਹੀਂ ਹੈ। ਪਰ ਉਹ ਜਾਣਦਾ ਹੈ ਕਿ ਅਜਿਹਾ ਕਰਨਾ ਸਹੀ ਹੈ। ਪਰ ਦੂਸਰੀ ਗੱਲ,
ਜਿਸ ਨੂੰ ਉਹ ਵਾਰ-ਵਾਰ ਦੁਹਰਾਉਂਦਾ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਜੀਵਨ ਨੂੰ ਕਾਬੂ ਵਿੱਚ ਨਹੀਂ ਕਰ ਸਕਦੇ ਤਾਂ ਕੋਸ਼ਿਸ਼ ਕਰਨੀ ਛੱਡ ਦਿਓ। ਖੁੱਲੇ ਹੱਥਾਂ ਨਾਲ ਚੀਜ਼ਾਂ ਫੜਨੀਆਂ ਸਿੱਖੋ ਕਿਉਂਕਿ ਤੁਹਾਡਾ ਵਸ ਇੱਕ ਹੀ ਚੀਜ਼ ਉੱਤੇ ਹੈ ਅਤੇ ਉਹ ਹੈ ਚੱਲ ਰਹੇ ਸਮੇਂ ਉੱਤੇ ਤੁਹਾਡਾ ਦ੍ਰਿਸ਼ਟੀਕੋਣ। ਉਹ ਕਹਿੰਦਾ ਹੈ ਚਿੰਤਾ ਛੱਡੋ ਅਤੇ ਕਿਸੇ ਮਿੱਤਰ ਦੇ ਨਾਲ ਗੱਲਬਾਤ ਕਰਨ ਦਾ ਆਨੰਦ ਲਵੋ, ਜਾਂ ਆਪਣੇ ਚਿਹਰੇ ਨੂੰ ਧੁੱਪ ਵਿੱਚ ਸੇਕੋ, ਜਾਂ ਜੋ ਤੁਹਾਡੇ ਨਾਲ ਪਿਆਰ ਰੱਖਦੇ ਹਨ ਉਹਨਾਂ ਨਾਲ ਚੰਗਾ ਭੋਜਨ ਖਾਓ। ਜੀਵਨ ਦੀਆਂ ਸਾਦੀਆਂ ਗੱਲਾਂ। ਹਾਂ, ਭਲੀਆਂ ਤੇ ਬੁਰੀਆਂ ਦੋਵੇਂ, ਕਿਉਂਕਿ ਦੋਵੇਂ ਹੀ ਪਰਮੇਸ਼ਵਰ ਦੇ ਬਹੁਮੁੱਲੇ ਵਰਦਾਨ ਹਨ ਅਤੇ ਇਹ ਉਪਦੇਸ਼ਕ ਦੀ ਪੋਥੀ ਦੀ ਹੈਰਾਨ ਕਰ ਦੇਣ ਵਾਲੀ ਬੁੱਧ ਹੈ। ਆਲੋਚਕ ਦੀ ਗੱਲ ਸੁਣਨਾ ਦੁਖਦਾਈ ਹੈ ਅਤੇ ਇਹ ਤੁਹਾਨੂੰ ਕੁਝ ਹਨੇਰੇ ਥਾਵਾਂ ਵਿੱਚ ਲੈ ਜਾ ਸਕਦੀ ਹੈ। ਅਤੇ ਇਸ ਲਈ ਲੇਖਕ ਆਪਣੇ ਸ਼ਬਦਾਂ ਨੂੰ ਕਿਤਾਬ ਦੇ ਅੰਤ ਵਿੱਚ ਬੋਲਦਾ ਹੈ। ਉਹ ਨਹੀਂ ਚਾਹੁੰਦਾ ਕਿ ਤੁਸੀਂ ਆਸ ਨੂੰ ਗਵਾ ਬੈਠੋ। ਉਹ ਤੁਹਾਨੂੰ ਨਮਰ ਅਤੇ ਅਜਿਹਾ ਵਿਅਕਤੀ ਬਣਾਉਣਾ ਚਾਹੁੰਦਾ ਹੈ ਜੋ ਇਸ ਗੱਲ ਉੱਤੇ ਭਰੋਸਾ ਰੱਖਦਾ ਹੈ ਕਿ ਜੀਵਨ ਅਰਥ ਭਰਿਆ ਹੈ ਉਸ ਸਮੇਂ ਵੀ ਜਦੋਂ ਤੁਹਾਨੂੰ ਇਸ ਨੂੰ ਸਮਝਣਾ ਵੀ ਔਖਾ ਲੱਗ ਰਿਹਾ ਹੋਵੇ, ਅਤੇ ਇਹ ਕਿ ਪਰਮੇਸ਼ਵਰ ਇੱਕ ਦਿਨ ਇਸ ਹੇਵਲ ਨੂੰ ਸਾਫ਼ ਕਰ ਦੇਵੇਗਾ ਅਤੇ ਜੋ ਕੁਝ ਅਸੀਂ ਕੀਤਾ ਹੈ ਉਸ ਦਾ ਨਿਆਂ ਕਰੇਗਾ। ਅਤੇ ਇਸ ਲਈ ਉਹ ਸਾਨੂੰ ਦੱਸਦਾ ਹੈ ਕਿ ਇਹਨਾਂ ਗੱਲਾਂ ਦਾ ਇਹੀ ਜਵਾਬ ਹੈ ਕਿ ਸਭ ਪਰਮੇਸ਼ਵਰ ਦਾ ਡਰ ਮੰਨਣ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਨ। ਅਤੇ ਉਪਦੇਸ਼ਕ ਦੀ ਪੋਥੀ ਇਸੇ ਸਭ ਦੇ ਬਾਰੇ ਹੈ। ਹੁਣ ਬਾਈਬਲ ਦੇ ਬੁੱਧੀ ਸਾਹਿਤ ਦੀ ਇੱਕ ਹੋਰ ਆਵਾਜ਼ ਵੀ ਹੈ ਅਤੇ ਉਹ ਹੈ ਅਯੂਬ ਦੀ ਕਿਤਾਬ। ਅਤੇ ਉਹ ਸਾਡੀ ਬੁੱਧੀ ਪ੍ਰਾਪਤੀ ਦੀ ਯਾਤਰਾ ਵਿੱਚ ਆਖਰੀ ਅਤੇ ਬਹੁਤ ਜ਼ਰੂਰੀ ਦ੍ਰਿਸ਼ਟੀਕੋਣ ਨੂੰ ਵਿਖਾਵੇਗੀ।